ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ। ਔਰ ਗੱਲ ਕਰਾਂਗੇ ਇੱਕ ਬਹੁਤ ਹੀ ਅਹਿਮ ਲੈਕਚਰ ਜੋ ਕਿ ਬਹੁਤ ਸਾਰੇ ਸਟੂਡੈਂਟਾਂ ਨੂੰ ਕਨਫਿਊਜ਼ਨ ਹੁੰਦੀ ਰਹਿੰਦੀ ਹੈ। ਜਿਵੇਂ ਕਿ ਤੁਹਾਨੂੰ ਪਤਾ 24 ਤਰੀਕ ਨੂੰ ਤੁਹਾਡਾ ਪੀਐਸ ਟੈਟ ਦਾ ਐਗਜ਼ਾਮ ਹੋਣ ਵਾਲਾ ਹੈ, ਜਿਹੜੇ ਕਿ ਸੋਸ਼ਲ ਸਟੱਡੀ ਦਾ ਐਗਜ਼ਾਮ ਦੇਣ ਜਾ ਰਹੇ ਨੇ। ਸੋਸ਼ਲ ਸਟੱਡੀ ਦਾ ਮਤਲਬ ਤੁਸੀਂ ਸਮਝਦੇ ਹੋ, ਜਿਹੜੇ ਕਿ ਪੀਐਸ ਟੈਟ ਸੋਸ਼ਲ ਸਟੱਡੀ ਦਾ ਸੈਕੰਡ ਪੇਪਰ ਦੇਣ ਜਾ ਰਹੇ ਉਹਨਾਂ ਵਾਸਤੇ ਲੈਕਚਰ ਬਹੁਤ ਇੰਪੋਰਟੈਂਟ ਹੈ। 1 ਜਾਂ 2 ਨੰਬਰ ਦਾ ਇੱਥੋਂ ਕੁਐਸਚਨ ਪੁੱਛਿਆ ਜਾਂਦਾ ਜ਼ਰੂਰ। ਔਰ ਉਸ ਤੋਂ ਇਲਾਵਾ ਜਿਹੜੇ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਤਾਂ ਉਹਨਾਂ ਲਈ ਸੋਸ਼ਲ ਸਟੱਡੀ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ। ਔਰ ਬਹੁਤ ਹੀ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਜਿੱਥੋਂ ਕਿ ਕੁਐਸਚਨ ਸਿੰਪਲੀ ਪੁੱਛ ਲਿਆ ਜਾਂਦਾ, ਪਰ ਇਹ ਸਿੰਪਲ ਚੀਜ਼ਾਂ ਬਹੁਤ ਸਾਰੇ ਸਟੂਡੈਂਟ ਦੇ ਸਮਝ ਨਹੀਂ ਆਉਂਦੀਆਂ। ਸਭ ਤੋਂ ਪਹਿਲਾਂ ਇੱਕ ਪੁੱਛਦੇ ਕਿ ਰਾਸ਼ਟਰਪਤੀ ਦੀ ਉਮਰ ਕਿੰਨੀ ਹੁੰਦੀ ਹੈ। ਭਾਰਤ ਦੇ ਰਾਸ਼ਟਰਪਤੀ ਦੀ ਉਮਰ 35 ਸਾਲ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ ਵੀ ਰਾਸ਼ਟਰਪਤੀ ਬਣਨ ਵਾਸਤੇ ਘੱਟ ਤੋਂ ਘੱਟ ਉਮਰ ਕਿੰਨੀ ਹੈ। ਜੇ ਕਿਸੇ ਬੰਦੇ ਦੀ 34 ਸਾਲ ਉਮਰ ਆ, ਉਹ ਰਾਸ਼ਟਰਪਤੀ ਨਹੀਂ ਬਣ ਸਕਦਾ। ਤਾਂ ਰਾਸ਼ਟਰਪਤੀ ਦਾ ਕਾਰਜਕਾਲ, ਇੱਥੇ ਮੈਂ ਇਹੀ ਲਿਖਿਆ ਕਿ ਕਾਰਜਕਾਲ ਤੇ ਉਮਰਾਂ ਦੋਨੇ ਚੀਜ਼ਾਂ ਤੁਸੀਂ ਕਲੀਅਰ ਕਰੋਗੇ। ਕਾਰਜਕਾਲ 5 ਸਾਲ ਹੋਣਾ ਹੋ ਜਾਂਦਾ ਹੈ, ਕਹਿੰਦਾ ਹੋਣਾ ਨਹੀਂ, ਹੋ ਜਾਂਦਾ ਹੈ। ਜਦੋਂ ਵੀ ਕੋਈ ਬੰਦਾ ਰਾਸ਼ਟਰਪਤੀ ਬਣਦਾ ਉਹਦਾ ਕਾਰਜਕਾਲ ਵੈਸੇ ਤਾਂ 5 ਸਾਲ ਮੰਨ ਲਿਆ ਜਾਂਦਾ। ਉਸ ਤੋਂ ਬਾਅਦ ਨੈਕਸਟ ਉਪ ਰਾਸ਼ਟਰਪਤੀ ਦੀ ਉਮਰ 35 ਸਾਲ। ਜਿਹੜਾ ਉਪ ਰਾਸ਼ਟਰਪਤੀ ਹੁੰਦਾ ਹੈ ਉਸ ਦੀ ਉਮਰ ਵੀ 35 ਸਾਲ ਘੱਟ ਤੋਂ ਘੱਟ ਮੰਨੀ ਜਾਂਦੀ ਹੈ। ਜੇਕਰ ਉਹ 34, 33, 30 ਸਾਲਾਂ ਦਾ ਤਾਂ ਉਪ ਰਾਸ਼ਟਰਪਤੀ ਨਹੀਂ ਬਣ ਸਕਦਾ, ਤਾਂ ਉਹਦਾ ਕਾਰਜਕਾਲ ਵੀ 5 ਸਾਲ ਹੁੰਦਾ ਹੈ। ਤੇ ਜਿਹੜੇ ਇਹ ਉਪ ਰਾਸ਼ਟਰਪਤੀ ਹੁੰਦਾ ਹੈ, ਇਹ ਰਾਜ ਸਭਾ ਦੇ ਵਿੱਚ ਸਭਾਪਤੀ ਦਾ ਕੰਮ ਵੀ ਕਰਦਾ ਹੈ। ਦੇਖੋ, ਹੁੰਦਾ ਤਾਂ ਇਹ ਉਪ ਰਾਸ਼ਟਰਪਤੀ ਹੈ, ਪਰ ਇਹ ਰਾਜ ਸਭਾ ਦੇ ਵਿੱਚ ਸਭਾਪਤੀ, ਜਿਹਨੂੰ ਚੇਅਰਮੈਨ ਬੋਲਦੇ ਆ, ਉਸ ਅਹੁਦੇ ਤੇ ਕੰਮ ਕਰਦਾ ਹੈ। ਇਸ ਚੀਜ਼ ਨੂੰ ਤੁਸੀਂ ਨੋਟ ਰੱਖਣਾ ਨਾਲ। ਹੁਣ ਤੁਹਾਨੂੰ ਕਲੀਅਰ ਪਤਾ ਲੱਗ ਗਿਆ ਕਿ ਚਾਹੇ ਰਾਸ਼ਟਰਪਤੀ ਹੈ ਚਾਹੇ ਉਪ ਰਾਸ਼ਟਰਪਤੀ, ਦੋਨਾਂ ਦੀ ਉਮਰ 35 ਸਾਲ ਹੈ ਤੇ ਦੋਨਾਂ ਦਾ ਕਾਰਜਕਾਲ 5 ਸਾਲ ਹੈ। ਕਲੀਅਰ। ਅਗਲਾ ਉਸ ਤੋਂ ਬਾਅਦ ਗਵਰਨਰ। ਗਵਰਨਰ ਜਿਹਨੂੰ ਅਸੀਂ ਰਾਜਪਾਲ ਬੋਲਦੇ ਹਾਂ। ਰਾਜਪਾਲ ਹਰੇਕ ਸਟੇਟ ਵਿੱਚ ਹੁੰਦਾ ਹੈ। ਹੋ ਸਕਦਾ ਕਿਸੇ ਸਟੇਟ ਦਾ ਦੋ ਸਟੇਟਾਂ ਦਾ ਇੱਕ ਰਾਜਪਾਲ ਵੀ ਹੋ ਸਕਦਾ ਹੈ, 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਇੱਕ ਰਾਜਪਾਲ ਵੀ ਹੋ ਸਕਦਾ। ਹੁਣ ਜੇ ਆਪਾਂ ਰਾਜਪਾਲ ਦੀ ਗੱਲ ਕਰੀਏ ਤਾਂ ਇਸ ਦੀ ਉਮਰ ਵੀ 35 ਸਾਲ ਹੀ ਹੁੰਦੀ ਆ, ਘੱਟ ਤੋਂ ਘੱਟ। ਰਾਜਪਾਲ ਬਣਨ ਵਾਸਤੇ ਘੱਟ ਤੋਂ ਘੱਟ ਉਮਰ 35 ਸਾਲ ਹੋਣੀ ਚਾਹੀਦੀ ਹੈ। ਜੇ ਕਿਸੇ ਦੀ ਉਮਰ 34, 30 ਹੈ ਤਾਂ ਉਹ ਰਾਜਪਾਲ ਨਹੀਂ ਬਣ ਸਕਦਾ। ਰਾਸ਼ਟਰਪਤੀ, ਹੁਣ ਇਹਦੇ ਦੇਖੋ ਉੱਪਰਲਿਆਂ ਦੋਨਾਂ ਬੰਦਿਆਂ ਦਾ, ਰਾਸ਼ਟਰਪਤੀ ਹੈ ਚਾਹੇ ਉਪ ਰਾਸ਼ਟਰਪਤੀ, ਉਹਨਾਂ ਦੇ ਕਾਰਜਕਾਲ 5 ਸਾਲ ਕਹਿੰਦੇ ਆ ਵੀ 5 ਸਾਲ ਉਹ ਰਹਿੰਦੇ ਆ ਉਹਦੇ ਤੇ। ਪਰ ਜਿਹੜਾ ਇਹ ਹੈ ਰਾਜਪਾਲ ਆ, ਜਿਹੜਾ ਗਵਰਨਰ ਹੈ, ਇਹਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲ ਨਹੀਂ ਹੁੰਦਾ। ਇਹਦਾ ਕਾਰਜਕਾਲ ਰਾਸ਼ਟਰਪਤੀ ਦੇ ਅਨੁਸਾਰ ਜਿੰਨਾ ਉਹ ਚਾਹੇ ਰਹੇ। ਠੀਕ ਹੈ, ਕਿਉਂਕਿ ਗਵਰਨਰ ਨੂੰ, ਰਾਜਪਾਲ ਨੂੰ ਰਾਸ਼ਟਰਪਤੀ ਹੀ, ਜਿਹੜਾ ਪਹਿਲੇ ਨੰਬਰ ਵਾਲਾ ਬੰਦਾ ਜਿਹਦੀ ਗੱਲ ਕੀਤੀ ਹੈ, ਰਾਸ਼ਟਰਪਤੀ ਹੀ ਸਟੇਟ ਦੇ ਵਿੱਚ ਇਲੈਕਟ ਕਰਦਾ, ਉੱਥੇ ਭੇਜਦਾ ਹੈ। ਪਰ ਇਹਦਾ ਹੁਣ ਕਾਰਜਕਾਲ ਤਾਂ ਨਹੀਂ ਲਿਖਿਆ ਹੁੰਦਾ ਵੀ ਕਿੰਨਾ, ਵੀ 5 ਸਾਲ ਵਾਸਤੇ ਭੇਜਿਆ, 4 ਸਾਲ ਵਾਸਤੇ ਭੇਜਿਆ। ਬਸ ਜਦੋਂ ਰਾਸ਼ਟਰਪਤੀ ਚਾਹੇ ਉਹਨੂੰ ਵਾਪਸ ਬੁਲਾ ਸਕਦਾ, ਉੱਥੋਂ ਨੂੰ ਬਦਲ ਸਕਦਾ। ਹੋ ਸਕਦਾ ਮੰਨ ਲਓ ਜਿਵੇਂ ਹੁਣ ਆਪਣੇ ਪੰਜਾਬ ਦਾ ਐਟ ਏ ਟਾਈਮ ਰਾਜਪਾਲ ਹੈ ਬਨਵਾਰੀ ਲਾਲ ਪੁਰੋਹਿਤ ਹੈ, ਜਿਹੜੇ ਨਵੇਂ ਬਣੇ ਆ ਬਨਵਾਰੀ ਲਾਲ ਪੁਰੋਹਿਤ, ਸ਼ਾਇਦ ਅਗਸਤ 'ਚ ਬਣੇ ਆ, ਉਹ 31 ਅਗਸਤ 2021 ਨੂੰ ਬਣੇ ਆ ਬਨਵਾਰੀ ਲਾਲ ਪੁਰੋਹਿਤ। ਤਾਂ ਹੁਣ ਉਸਨੂੰ ਕਦੋਂ ਵੀ ਰਾਸ਼ਟਰਪਤੀ ਕਿਸੇ ਹੋਰ ਸਟੇਟ 'ਚ ਲਾ ਸਕਦਾ ਚੱਕ ਕੇ, ਇਹਨੂੰ ਕਦੋਂ ਵੀ ਬਦਲ ਸਕਦਾ। ਹੋ ਸਕਦਾ ਇਹਨੂੰ 20 ਦਿਨਾਂ ਬਾਅਦ ਬਦਲ ਦੇ, ਜਾਂ ਹੋ ਸਕਦਾ ਐਮਰਜੈਂਸੀ 'ਚ ਬਦਲ। ਵੈਸੇ ਤਾਂ ਉਹਦਾ ਟਾਈਮ ਰੱਖਿਆ ਹੁੰਦਾ ਵੀ ਇੰਨਾ ਟਾਈਮ ਇਹ ਪੰਜਾਬ 'ਚ ਰਹੂਗਾ, ਠੀਕ ਹੈ, ਰਾਜਪਾਲ ਉਹਨਾਂ ਦਾ ਇੱਕ ਟਾਈਮ ਲਾ ਦਿੰਦੇ ਆ। ਪਰ ਇਹ ਨਹੀਂ ਹੈਗਾ ਕਿ ਇਸ ਦਾ ਟਾਈਮ 5 ਸਾਲ ਹੁੰਦਾ ਜਾਂ 4 ਸਾਲ, ਪੱਕਾ ਪਰਮਾਨੈਂਟ ਟਾਈਮ ਨਹੀਂ ਹੁੰਦਾ ਰਾਜਪਾਲ ਦਾ। ਰਾਸ਼ਟਰਪਤੀ ਦੇ ਅਨੁਸਾਰ ਟਾਈਮ ਜਿਹੜਾ ਬਣਾਇਆ ਜਾਂਦਾ, ਟਾਈਮ ਪੀਰੀਅਡ, ਕਾਰਜਕਾਲ ਬਣਾਇਆ ਜਾਂਦਾ ਕਿਸ ਦਾ, ਰਾਜਪਾਲ ਦਾ। ਇਸ ਚੀਜ਼ ਨੂੰ ਨੋਟ ਰੱਖਿਓ ਕਿ ਰਾਸ਼ਟਰਪਤੀ ਦੇ ਅਨੁਸਾਰ ਜਾਂ ਜਦੋਂ ਰਾਸ਼ਟਰਪਤੀ ਚਾਹੇ ਰਾਜਪਾਲ ਨੂੰ ਹਟਾ ਸਕਦਾ। ਇਹ ਚੀਜ਼ ਨੂੰ ਬਸ ਧਿਆਨ 'ਚ ਰੱਖ ਲਿਓ ਇੰਨਾ ਕੁ। ਲੋਕ ਸਭਾ ਦੇ ਮੈਂਬਰਾਂ ਦੀ ਉਮਰ। ਹੁਣ ਆ ਜੋ ਲੋਕ ਸਭਾ ਤੇ, ਇੱਥੋਂ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਆ। ਜਿਹੜੇ ਲੋਕ ਸਭਾ ਦੇ ਮੈਂਬਰ ਹੈ ਇਹਨਾਂ ਦੀ ਉਮਰ, ਸਾਰੇ ਹੀ ਮੈਂਬਰ ਹੁੰਦੇ ਆ ਜਿਹੜੇ ਲੋਕ ਸਭਾ ਦੇ, ਜਿਹਨੂੰ MP ਬੋਲਦੇ ਆ। ਲੋਕ ਸਭਾ ਦੇ ਮੈਂਬਰਾਂ ਨੂੰ MP ਬੋਲਦੇ ਆ। MP ਕਿਉਂ ਬੋਲਦੇ ਆ? ਮੈਂਬਰ ਆਫ ਪਾਰਲੀਮੈਂਟ। ਪਾਰਲੀਮੈਂਟ ਨਾਲ ਸੰਸਦ, ਭਾਵ ਸੰਸਦ ਦੇ ਮੈਂਬਰ। ਇਹਨਾਂ ਦੀ ਉਮਰ 25 ਸਾਲ ਹੁੰਦੀ ਹੈ। ਲੋਕ ਸਭਾ ਦੇ ਵਿੱਚ ਦੇਖੋ ਪ੍ਰਧਾਨ ਮੰਤਰੀ ਵੀ ਹੁੰਦਾ ਹੈ। ਫਿਰ ਆਲਾ ਕਹਿੰਦਾ ਯਾਰ ਪ੍ਰਧਾਨ ਮੰਤਰੀ ਦੀ ਉਮਰ ਕਿੰਨੀ ਹੋਊ, ਕਿਉਂਕਿ ਉਹ ਵੀ ਲੋਕ ਸਭਾ ਦਾ ਮੈਂਬਰ ਹੀ ਹੈ। ਉਹਦੀ ਉਮਰ ਵੀ 25 ਸਾਲ ਹੁੰਦੀ ਹੈ ਪ੍ਰਧਾਨ ਮੰਤਰੀ ਦੀ। ਤੇ ਇਹਦਾ ਕਾਰਜਕਾਲ ਕਿੰਨਾ ਹੁੰਦਾ ਹੈ? 5 ਸਾਲ। ਜਿਵੇਂ ਕਿ ਲੋਕ ਸਭਾ ਦੇ ਮੈਂਬਰਾਂ ਦਾ ਕਾਰਜਕਾਲ 5 ਸਾਲ ਹੁੰਦਾ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਦਾ ਕਾਰਜਕਾਲ ਵੀ 5 ਸਾਲ ਹੋਊ।
ਉਸ ਲੋਕ ਸਭਾ ਦੇ ਸਪੀਕਰ ਦੀ ਉਮਰ। ਹੁਣ ਲੋਕ ਸਭਾ ਦੇ ਵਿੱਚ ਇੱਕ ਸਪੀਕਰ ਵੀ ਹੁੰਦਾ। ਸਪੀਕਰ ਆਪਾਂ ਨੂੰ ਪਤਾ ਵੀ ਜਿਹੜੇ ਬੰਦੇ ਬਹੁਮਤ ਪ੍ਰਾਪਤ ਕਰਦੇ ਆ, ਜਿੱਤਦੇ ਨੇ, ਜਿਹਨਾਂ ਦੀ ਪਾਰਟੀ ਬਹੁਮਤ ਪ੍ਰਾਪਤ ਕਰਦੀ ਹੈ, ਉਹੀ ਆਪਣੇ ਵਿੱਚੋਂ ਹੀ ਬੰਦੇ ਨੂੰ ਸਪੀਕਰ ਬਣਾਉਂਦੇ ਹੁੰਦੇ ਆ। ਫਿਰ ਹੈਗਾ ਤਾਂ ਉਹ ਵੀ ਲੋਕ ਸਭਾ ਦਾ ਮੈਂਬਰ ਹੀ ਹੈ ਨਾ, ਫਿਰ ਉਹਦੀ ਉਮਰ ਵੀ ਉਨੀ ਹੋਊ। ਤਾਂ ਇਸ ਕਰਕੇ ਜਿਹੜਾ ਲੋਕ ਸਭਾ ਦਾ ਸਪੀਕਰ ਹੈ ਉਹਦੀ ਉਮਰ ਵੀ 25 ਸਾਲ ਹੁੰਦੀ ਹੈ ਅਤੇ ਉਹਦਾ ਕਾਰਜਕਾਲ ਉਹ ਵੀ 5 ਸਾਲ ਰੱਖਿਆ ਜਾਂਦਾ, ਠੀਕ ਹੈ। ਪਰ ਐਮਰਜੈਂਸੀ ਵਿੱਚ ਵਧਾਇਆ ਜਾ ਸਕਦਾ 1 ਸਾਲ। ਕਿਹਦਾ ਕਾਰਜਕਾਲ? ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਹੈ, ਚਾਹੇ ਨੀਚੇ ਵਿਧਾਨ ਸਭਾ ਦਾ ਸਪੀਕਰ ਆ, ਇਹਨਾਂ ਦਾ ਕਾਰਜਕਾਲ ਐਮਰਜੈਂਸੀ 1 ਸਾਲ ਵਧਾਇਆ ਵੀ ਜਾ ਸਕਦਾ। ਅੱਗੇ ਹੁਣ ਲੋਕ ਸਭਾ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਕਿ ਲੋਕ ਸਭਾ ਦੇ ਜਿੰਨੇ ਮੈਂਬਰ ਉਹਦੀ ਉਮਰ 25 ਸਾਲ ਹੁੰਦੀ ਹੈ। ਚਾਹੇ ਲੋਕ ਸਭਾ 'ਚ ਪ੍ਰਧਾਨ ਮੰਤਰੀ ਆ ਉਹਦੀ 25 ਸਾਲ ਉਮਰ ਹੋਊ, ਚਾਹੇ ਲੋਕ ਸਭਾ ਦੇ ਵਿੱਚ ਲੋਕ ਸਭਾ ਦਾ ਸਪੀਕਰ ਆ ਉਹਦੀ 25 ਸਾਲ ਹੋਊ, ਚਾਹੇ ਲੋਕ ਸਭਾ ਦੇ ਵਿੱਚ ਲੋਕ ਸਭਾ ਦਾ ਡਿਪਟੀ ਸਪੀਕਰ ਆ ਉਹਦੀ ਵੀ 25 ਸਾਲ ਉਮਰ ਹੋਊ। ਘੱਟੋ ਘੱਟ ਹੁੰਦੀ ਹੈ ਵੀ ਜੇ ਕਿਸੇ ਦੀ 24 ਸਾਲ ਉਮਰ ਹੈ ਤਾਂ ਉਹ ਲੋਕ ਸਭਾ ਦਾ ਸਪੀਕਰ ਨਹੀਂ ਬਣ ਸਕਦਾ, ਠੀਕ ਹੈ। ਇਹ ਮਤਲਬ ਹੁੰਦਾ ਇਹਦਾ। ਮੈਂਬਰ ਆਫ ਪਾਰਲੀਮੈਂਟ, ਮੈਂਬਰ ਆਫ ਪਾਰਲੀਮੈਂਟ MP, ਜਿਵੇਂ ਹੁਣ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਭਗਵੰਤ ਮਾਨ ਹੈ, ਠੀਕ ਹੈ, ਹਰਸਿਮਰਤ, ਤਾਂ ਇਹ ਸਾਰੇ ਕੀ ਨੇ? MP ਨੇ। ਤਾਂ ਇਹਨਾਂ ਦੀ MP ਬਣਨ ਵਾਸਤੇ, ਸੰਸਦ ਦੇ ਵਿੱਚ ਜਾਣ ਵਾਸਤੇ, ਪਾਰਲੀਮੈਂਟ ਵਿੱਚ ਜਾਣ ਵਾਸਤੇ, ਪਾਰਲੀਮੈਂਟ ਦਾ ਮੈਂਬਰ ਬਣਨ ਵਾਸਤੇ ਘੱਟੋ ਘੱਟ ਉਮਰ 25 ਸਾਲ ਚਾਹੀਦੀ ਹੈ। ਔਰ ਇਹਨਾਂ ਦਾ ਕਾਰਜਕਾਲ ਹੁੰਦਾ ਜਿਹੜੇ ਐਮਪੀਆਂ ਦਾ ਉਹ ਹੁੰਦਾ 5 ਸਾਲ। 5 ਸਾਲ ਬਾਅਦ ਵੋਟਾਂ ਪੈਂਦੀਆਂ ਨੇ, 5 ਸਾਲ ਬਾਅਦ ਨਵਾਂ ਬਣ ਜਾਂਦਾ। ਚਲੋ ਹੁਣ ਆ ਜਾਓ ਰਾਜ ਸਭਾ ਤੇ। ਰਾਜ ਸਭਾ ਦੇ ਮੈਂਬਰਾਂ ਦੀ ਉਮਰ 30 ਸਾਲ ਹੁੰਦੀ ਹੈ। ਰਾਜ ਸਭਾ ਦੇ ਮੈਂਬਰਾਂ ਦੀ ਉਮਰ ਕਿੰਨੀ ਹੁੰਦੀ ਹੈ? 30 ਸਾਲ। ਇਹਨਾਂ ਨੂੰ ਵੀ MP ਬੋਲਿਆ ਜਾਂਦਾ, ਇਹਨਾਂ ਨੂੰ ਵੀ MP ਬੋਲਿਆ ਜਾਂਦਾ, ਠੀਕ ਹੈ। ਇਹ ਵੀ ਮੈਂਬਰ ਆਫ ਪਾਰਲੀਮੈਂਟ ਹੀ ਹੁੰਦੇ ਨੇ, ਕਿਉਂਕਿ ਜਿਹੜੀ ਪਾਰਲੀਮੈਂਟ ਹੁੰਦੀ ਹੈ ਨਾ, ਇੱਥੇ ਮੈਂ ਲਿਖ ਦਿੰਦਾ ਪਾਰਲੀਮੈਂਟ, ਆ P ਦਾ ਮਤਲਬ ਪਾਰਲੀਮੈਂਟ ਹੈ, ਮੂਹਰੇ M ਦਾ ਮਤਲਬ ਮੈਂਬਰ। ਪਾਰਲੀਮੈਂਟ ਆ ਜਿਹੜੀ, ਇਹ 'ਚ 2 ਸਦਨ ਹੁੰਦੇ ਆ, ਰਾਜ ਸਭਾ, ਲੋਕ ਸਭਾ। ਹੁਣ ਰਾਜ ਸਭਾ ਦੇ ਮੈਂਬਰ ਨੂੰ ਵੀ ਕੀ ਬੋਲਾਂਗੇ? ਮੈਂਬਰ ਆਫ ਪਾਰਲੀਮੈਂਟ। ਲੋਕ ਸਭਾ ਦੇ ਮੈਂਬਰ ਨੂੰ ਕੀ ਬੋਲਾਂਗੇ? ਮੈਂਬਰ ਆਫ ਪਾਰਲੀਮੈਂਟ। ਇਸੇ ਕਰਕੇ ਦੋਨੋਂ ਨੂੰ MP ਬੋਲਦੇ ਨੇ, ਇਹ ਧਿਆਨ ਰੱਖ ਲਿਓ। ਮੈਂਬਰਾਂ ਦਾ ਕਾਰਜਕਾਲ, ਕਾਰਜਕਾਲ ਜਿਹੜਾ ਇਸ ਦੇ ਮੈਂਬਰਾਂ ਦਾ 6 ਸਾਲ ਹੁੰਦਾ ਹੈ। ਉੱਪਰਲੇ ਮੈਂਬਰਾਂ ਦਾ ਜਿਹੜਾ ਦੇਖਿਆ ਸੀ ਆਪਾਂ, ਉਹਨਾਂ ਦਾ 5 ਸਾਲ ਕਾਰਜਕਾਲ ਹੁੰਦਾ। ਤਾਂ ਜਿਹੜੀ ਰਾਜ ਸਭਾ ਹੈ ਇਹਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ ਹੈ ਤੇ 6 ਸਾਲ ਇਹ ਪਰਮਾਨੈਂਟ ਮੈਂਬਰ ਹੁੰਦੇ ਨੇ, ਠੀਕ ਹੈ। ਇਹਦੇ ਮੈਂਬਰ ਜਿਹੜੇ ਪਰਮਾਨੈਂਟ ਹੁੰਦੇ ਆ, 6 ਸਾਲ ਕਾਰਜਕਾਲ ਹੁੰਦਾ ਤੇ ਹਰ 2 ਸਾਲ ਬਾਅਦ 1/3 ਮੈਂਬਰ ਇਹਦੇ ਰਿਟਾਇਰ ਹੋ ਜਾਂਦੇ ਨੇ। ਕਿਸ ਦੇ? ਰਾਜ ਸਭਾ ਦੇ, ਠੀਕ ਹੈ। ਤਾਂ ਇਹ ਪਰਮਾਨੈਂਟ ਸਾਧਨ ਹੁੰਦਾ। ਇੱਕ ਇਹ ਧਿਆਨ ਰੱਖ ਲਓ, ਇਹਨੂੰ ਸਥਾਈ ਸਾਧਨ ਬੋਲਦੇ ਆ। ਜਿਹੜਾ ਉੱਪਰਲਾ ਲੋਕ ਸਭਾ ਸੀ ਉਹ ਅਸਥਾਈ ਸਾਧਨ ਹੁੰਦਾ। ਉਹ ਕਿਹੜਾ ਹੁੰਦਾ? ਅਸਥਾਈ। ਉਹ ਭੰਗ ਹੋ ਜਾਂਦਾ, ਇਹ ਭੰਗ ਨਹੀਂ ਹੁੰਦਾ ਕਦੇ ਵੀ। ਕਿਉਂ ਨਹੀਂ ਭੰਗ ਹੁੰਦਾ? ਕਿਉਂਕਿ ਇਹਦੇ ਜਿਹੜੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ ਹੈ, ਪਰ ਹਰ 2 ਸਾਲਾਂ ਬਾਅਦ 1/3 ਮੈਂਬਰ ਇਹਦੇ ਰਿਟਾਇਰ ਹੁੰਦੇ ਰਹਿੰਦੇ ਆ। ਅੱਗੇ ਹੁਣ ਰਾਜ ਸਭਾ ਦੇ ਵਿੱਚ ਇੱਕ ਸਭਾਪਤੀ ਵੀ ਹੁੰਦਾ। ਸਭਾਪਤੀ ਮੈਂ ਤੁਹਾਨੂੰ ਦੱਸਿਆ ਸੀ ਉਹੀ ਹੁੰਦਾ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ, ਜਿਹੜਾ ਉਪ ਰਾਸ਼ਟਰਪਤੀ ਹੁੰਦਾ ਭਾਰਤ ਦਾ, ਉਹੀ ਇੱਥੇ ਸਭਾਪਤੀ ਹੁੰਦਾ। ਹੁਣ ਆਪਾਂ ਉਪ ਰਾਸ਼ਟਰਪਤੀ ਬਾਰੇ ਗੱਲ ਕੀਤੀ ਸੀ ਕਿ ਉਹ 5 ਸਾਲ ਲਈ ਬਣਦਾ ਹੈ, ਕਿ ਉਹਦਾ ਕਾਰਜਕਾਲ ਤਾਂ 5 ਸਾਲ ਹੁੰਦਾ, ਪਰ ਇੱਥੇ ਆਪਾਂ ਰਾਜ ਸਭਾ ਦਾ ਜਿਹੜਾ ਕਾਰਜਕਾਲ ਮੰਨਦੇ ਹਾਂ, ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਉਹ 6 ਸਾਲ ਮੰਨਦੇ ਆ। ਉਹ ਕਿੰਨਾ ਮੰਨਦੇ ਆ? 6 ਸਾਲ। ਤਾਂ ਇੱਥੇ ਤੁਸੀਂ ਦੇਖੋ ਕਿ ਜਿਹੜਾ ਇਹਦਾ ਸਭਾਪਤੀ ਹੋਊ ਉਹਦਾ ਕਾਰਜਕਾਲ 6 ਸਾਲ ਨਹੀਂ ਹੋਊਗਾ, ਕਿਉਂਕਿ ਉਪ ਰਾਸ਼ਟਰਪਤੀ ਜਿਹੜਾ ਸਭਾਪਤੀ ਬਣਿਆ ਹੁੰਦਾ ਰਾਜ ਸਭਾ ਦੇ ਵਿੱਚ, ਠੀਕ ਹੈ, ਆਹ ਵਾਲਾ ਬੰਦਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਇਹ ਤਾਂ ਉਪ ਰਾਸ਼ਟਰਪਤੀ ਹੈ, ਇੱਥੇ ਐਜ ਏ ਸਭਾਪਤੀ ਕੰਮ ਕਰ ਰਿਹਾ, ਠੀਕ ਹੈ। ਤੇ ਐਜ ਏ ਸਭਾਪਤੀ ਕੰਮ ਕਰ ਰਿਹਾ, ਇਹਦਾ ਕਾਰਜਕਾਲ 6 ਸਾਲ ਨਹੀਂ ਹੋਊਗਾ, ਇਹਦਾ ਕਾਰਜਕਾਲ ਤਾਂ 5 ਸਾਲ ਹੀ ਹੋਊਗਾ, ਕਿਉਂਕਿ ਇਹ ਉਪ ਰਾਸ਼ਟਰਪਤੀ ਹੀ ਹੈ ਇੱਥੇ ਜਿਹੜਾ ਬੈਠਾ ਆ ਕੇ, ਠੀਕ ਹੈ। ਕਿੱਥੇ ਬੈਠਾ? ਰਾਜ ਸਭਾ 'ਚ। ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਦਾ ਕਾਰਜਕਾਲ 6 ਸਾਲ ਮੰਨਿਆ ਜਾਂਦਾ। ਕਿਤੇ ਤੁਸੀਂ ਸੋਚੋਗੇ ਯਾਰ ਵੀ ਰਾਜ ਸਭਾ ਦੇ ਵਿੱਚ ਸਭਾਪਤੀ ਹੈ ਜਿਹੜਾ ਉਪ ਰਾਸ਼ਟਰਪਤੀ ਹੋਊਗਾ ਤਾਂ ਉਹਦਾ ਕਾਰਜਕਾਲ ਵੀ 6 ਸਾਲ ਹੋਊ, ਨਹੀਂ। ਇਸ ਨੂੰ ਧਿਆਨ ਰੱਖਿਓ। ਤਾਂ ਇਹਦਾ ਲਿਖਾਂਗੇ ਆਪਾਂ ਕੋਈ ਕਾਰਜਕਾਲ ਨਹੀਂ ਹੁੰਦਾ। ਤਾਂ ਰਾਜ ਸਭਾ ਦੇ ਵਿੱਚ ਇਹਦਾ ਕੋਈ ਕਾਰਜਕਾਲ ਨਹੀਂ ਹੁੰਦਾ ਸਭਾਪਤੀ ਦਾ, ਕਿਉਂਕਿ ਇਹ ਉਪ ਰਾਸ਼ਟਰਪਤੀ ਹੀ ਹੁੰਦਾ ਹੈ ਜਿਹੜਾ ਕਿ 5 ਸਾਲਾਂ ਲਈ ਚੁਣਿਆ ਜਾਂਦਾ ਹੈ, ਠੀਕ ਹੈ। ਅੱਗੇ ਵਿਧਾਨ ਸਭਾ ਦੇ ਮੈਂਬਰਾਂ ਦੀ ਉਮਰ। ਹੁਣ ਵਿਧਾਨ ਸਭਾ ਦੇ ਮੈਂਬਰ ਕੌਣ ਹੁੰਦੇ ਆ, ਕਿਹੜੇ ਹੁੰਦੇ ਆ? ਕਹਿਣ ਦਾ ਮਤਲਬ ਵਿਧਾਨ ਸਭਾ ਜਿਹਨੂੰ ਬੋਲਦੇ ਆਪਾਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਠੀਕ ਹੈ। ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਬਣ ਗਿਆ ਨਾ MLA, ਤਾਂ ਇਹੀ ਚੀਜ਼ ਆ, ਉਹਨਾਂ ਨੂੰ ਬੋਲਦੇ ਅਸੀਂ ਵਿਧਾਨ ਸਭਾ ਦੇ ਮੈਂਬਰ। ਤਾਂ ਵਿਧਾਨ ਸਭਾ ਦੇ ਮੈਂਬਰਾਂ ਦੀ ਉਮਰ ਹੋਣੀ ਚਾਹੀਦੀ ਹੈ 25 ਸਾਲ ਘੱਟ ਤੋਂ ਘੱਟ। ਜੇ ਕਿਸੇ ਦੀ ਉਮਰ 24 ਸਾਲ ਆ ਉਹ ਨਹੀਂ ਬਣ ਸਕਦਾ, ਤਾਂ ਉਹ ਵਿਧਾਨ ਸਭਾ ਦਾ ਮੈਂਬਰ ਭਾਵ MLA ਨਹੀਂ ਬਣ ਸਕਦਾ। ਹੁਣ ਵੋਟਾਂ ਜਿਹਨੇ ਪੰਗਾ ਲੈਣਾ ਲੈ ਲਓ, ਠੀਕ ਹੈ। ਜੇ ਤੁਹਾਡੀ 24 ਸਾਲ ਉਮਰ ਹੈ ਤਾਂ ਹੋ ਜਾਓ ਖੜੇ, ਠੀਕ ਹੈ। ਜਿਹੜੀ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦੇ
ਨੱਕ 'ਚ ਧੂੰਆਂ ਲਿਆ ਦਿਓ, ਕਹਿੰਦੇ ਵੀ ਅਸੀਂ ਵੀ ਖੜੇ ਹੋਣ ਜਾਂਦੇ ਹਾਂ। ਜ਼ਰੂਰੀ ਥੋੜ੍ਹੀ ਹੈ ਕਿ ਤੁਹਾਡੀ ਸਾਰੀਆਂ ਪੋਸਟਾਂ ਤੁਹਾਡਾ ਇੱਕ ਬੰਦੇ ਦਾ ਪਰਿਵਾਰ MLA ਬਣੀ ਜਾਵੇ, ਇੱਕ ਬੰਦੇ ਦਾ ਹੀ ਪਰਿਵਾਰ MP ਬਣੀ ਜਾਵੇ। ਸੁੱਕ ਕੇ ਥੋੜ੍ਹੀ ਦਿੱਤਾ ਹੋਇਆ ਕਿਸੇ ਨੂੰ, ਠੀਕ ਹੈ। ਪੂਰੀ ਜਨਤਾ 33 ਕਰੋੜ ਲੋਕ ਨੇ ਭਾਰਤ 'ਚ, ਕੋਈ ਹੋਰ ਵੀ ਜੰਮੋ ਸੂਰਮਾ ਚੰਗਾ MLA ਬਣੋ, ਹੈ ਨਾ। ਇਹ ਚੀਜ਼ਾਂ ਹੁੰਦੀਆਂ। ਸੋ ਇਹ ਗੱਲ ਸੀ ਕਿ ਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਉਮਰ ਹੈ, MLA ਦੀ ਉਮਰ 25 ਸਾਲ ਹੁੰਦੀ ਹੈ। ਕਹਿਣ ਦਾ ਮਤਲਬ ਵੀ ਘੱਟ ਤੋਂ ਘੱਟ 25 ਸਾਲ ਵਾਲਾ ਵਿਅਕਤੀ MLA ਬਣ ਸਕਦਾ। ਔਰ ਜਿਨ੍ਹਾਂ ਦੀ ਉਮਰ 25 ਸਾਲ ਆ ਤਾਂ ਰੈਡੀ ਹੋ ਜਾਓ ਇਸ ਵਾਰ। ਮੁੱਖ ਮੰਤਰੀ ਦੀ ਉਮਰ, ਹੁਣ ਮੁੱਖ ਮੰਤਰੀ ਜਿਹੜਾ ਬਣਦਾ ਉਹ ਕਿੱਥੋਂ ਬਣਦਾ? ਉਹ MLA ਦੇ ਵਿੱਚੋਂ ਹੀ ਬਣਦਾ ਹੈ, ਕਿਉਂਕਿ ਮੁੱਖ ਮੰਤਰੀ ਆਪ ਵੀ MLA ਖੜਾ ਹੁੰਦਾ ਤਾਂ ਉਹਦੀ ਉਮਰ ਵੀ ਕਿੰਨੀ ਹੋਊ? 25 ਸਾਲ ਹੀ ਹੋਊ। ਤਾਂ ਇਹਨਾਂ ਦਾ ਕਾਰਜਕਾਲ ਕਿੰਨਾ ਹੁੰਦਾ? 5 ਸਾਲ। ਜਿਹੜੇ ਵਿਧਾਨ ਸਭਾ ਦੇ ਮੈਂਬਰ ਹੈ, ਮੁੱਖ ਮੰਤਰੀ ਦਾ ਵੀ 5 ਸਾਲ ਹੁੰਦਾ, ਠੀਕ ਹੈ। ਸੋ ਪਰ 5 ਸਾਲ 'ਚ ਜਿਹੜਾ ਤੁਹਾਨੂੰ ਪਤਾ ਹੀ, ਆਪਣੇ ਪਿਛਲੇ ਮੁੱਖ ਮੰਤਰੀ ਨੇ ਬਹੁਤ ਲਹੂ ਪੀਤਾ ਬੇਰੁਜ਼ਗਾਰਾਂ ਦਾ। ਪਰ ਇਸ ਵਾਰ ਗਲਤੀ ਨਾ ਕਰ ਜਾਓ, ਠੀਕ ਹੈ। ਉਧਰੋਂ ਚੰਨੀ ਵੀ ਲੋਲੀਪੌਪ ਦੇ ਗਿਆ ਸਾਨੂੰ। ਚਲੋ, ਵਿਧਾਨ ਸਭਾ ਸਪੀਕਰ ਦੀ ਉਮਰ, ਵਿਧਾਨ ਸਭਾ ਦਾ ਜਿਹੜਾ ਸਪੀਕਰ ਹੁੰਦਾ ਹੈ ਉਹ ਵੀ ਜਿੱਤੇ ਹੋਏ ਬੰਦੇ ਆਪਣੇ ਵਿੱਚੋਂ ਹੀ ਚੁਣਦੇ ਨੇ, ਤਾਂ ਉਹ ਵੀ ਬੰਦਾ ਤਾਂ ਵਿਧਾਨ ਸਭਾ ਦਾ ਮੈਂਬਰ ਹੀ ਹੁੰਦਾ ਨਾ, ਫਿਰ ਉਹਦੀ ਉਮਰ ਵੀ 25 ਸਾਲ ਹੀ ਹੋਊ, ਠੀਕ ਹੈ। ਤਾਂ ਇਸੇ ਕਰਕੇ ਇਹਦਾ ਕਾਰਜਕਾਲ ਵੀ 5 ਸਾਲ ਹੁੰਦਾ। ਇੱਥੇ ਤੱਕ ਸਮਝ ਗਏ। ਵਿਧਾਨ ਪਰਿਸ਼ਦ ਵੈਸੇ ਆਪਣੇ ਪੰਜਾਬ 'ਚ ਹੈ ਨਹੀਂ, ਇਹ 1970 'ਚ ਖਤਮ ਹੋ ਗਈ ਸੀ, ਠੀਕ ਹੈ। ਤਾਂ ਜਿਹੜੇ ਵਿਧਾਨ ਪਰਿਸ਼ਦ ਦੇ ਮੈਂਬਰ ਹੈ, ਇਹਨੂੰ ਮੈਂਬਰ ਆਫ ਲੈਜਿਸਲੇਟਿਵ ਕਾਊਂਸਲ ਬੋਲਦੇ ਆ, ਠੀਕ ਹੈ। ਮੈਂਬਰ ਆਫ ਲੈਜਿਸਲੇਟਿਵ ਕਾਊਂਸਲ ਬੋਲਦੇ ਆ, ਮੈਂਬਰ ਆਫ ਲੈਜਿਸਲੇਟਿਵ ਕਾਊਂਸਲ, ਸੀ ਪਾ ਦਿੰਦੇ ਆ ਮਗਰ। ਤਾਂ ਇਸੇ ਕਰਕੇ ਇਹਨਾਂ ਨੂੰ ਬੋਲਦੇ ਆ MLC। MLC ਦੀ ਜਿਹੜੀ ਉਮਰ ਹੁੰਦੀ ਹੈ 30 ਸਾਲ ਹੁੰਦੀ ਹੈ ਘੱਟ ਤੋਂ ਘੱਟ। MLC ਦਾ ਵਿਧਾਨ ਪਰਿਸ਼ਦ ਦਾ ਮੈਂਬਰ ਬਣਨ ਵਾਸਤੇ, ਵੈਸੇ ਤਾਂ ਆਪਣੇ ਪੰਜਾਬ 'ਚ ਹੈ ਨਹੀਂ ਇਹ, ਹੁਣ 6 ਸਟੇਟਾਂ ਦੇ ਵਿੱਚ ਆ ਪੂਰੇ ਭਾਰਤ 'ਚ, ਠੀਕ ਹੈ। ਤਾਂ ਇਹਦਾ ਮੈਂਬਰ ਬਣਨ ਵਾਸਤੇ ਘੱਟ ਤੋਂ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ। ਤਾਂ ਇਹਨਾਂ ਦਾ ਜਿਹੜਾ ਕਾਰਜਕਾਲ ਹੁੰਦਾ ਹੈ, ਇਹਨਾਂ ਦਾ ਕਾਰਜਕਾਲ ਰਾਜ ਸਭਾ ਦੇ ਮੈਂਬਰਾਂ ਵਾਂਗ 6 ਸਾਲ ਹੁੰਦਾ ਹੈ। ਹਰ 2 ਸਾਲਾਂ ਬਾਅਦ ਇਹਦੇ ਵੀ 1/3 ਮੈਂਬਰ ਰਿਟਾਇਰ ਹੋ ਜਾਂਦੇ, ਠੀਕ ਹੈ ਜੀ। ਸੋ ਇਹ ਆਪਣੀ ਵੀਡੀਓ ਸੀ, ਸਮਝ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਔਰ ਵੱਧ ਤੋਂ ਵੱਧ ਜਿੰਨਾ ਹੋ ਸਕੇ। ਔਰ ਇਸ ਵੀਡੀਓ ਨੂੰ ਦੁਬਾਰਾ ਸੁਣ ਲਿਓ, ਤੁਹਾਨੂੰ ਇੱਕ ਇੱਕ ਚੀਜ਼ ਕਲੀਅਰ ਹੋ ਜਾਏਗੀ। ਆਸ ਹੈ ਕਿ ਮੈਂ ਇੱਕ ਵਾਰ ਚੀਜ਼ ਸਮਝਾਉਣ ਦੀ ਤੁਹਾਨੂੰ ਵਧੀਆ ਕੋਸ਼ਿਸ਼ ਕੀਤੀ ਹੈ। ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ, ਗੁੱਡ ਨਾਈਟ।